ਗੌੜੀ ਰਾਗ ਵਿੱਚ ਇਹ ਪਾਵਨ ਸ਼ਬਦ ਸਤਿਗੁਰ ਵੱਡੇ ਭਾਗਾਂ ਦੇ ਨਾਲ, ਸੋਹਣੇ ਸੰਜੋਗਾਂ ਦੇ ਨਾਲ ਮਿਲਦਾ ਹੈ। ਸਤਿਗੁਰ ਤੋਂ ਭਾਵ ਹੈ ਕੋਈ ਐਸਾ ਜੋ ਜ਼ਿੰਦਗੀ ਦਾ ਅਸਲੀ ਮਤਲਬ ਸਮਝਾ ਦੇ, ਜ਼ਿੰਦਗੀ ਨੂੰ ਅਸਲ ਮਾਇਨੇ ਦੇ ਦੇ, ਜ਼ਿੰਦਗੀ ਨੂੰ ਸਹੀ ਡਾਇਰੈਕਸ਼ਨ ਵਿੱਚ ਲੈ ਜਾਵੇ। ਇਸ ਦੁਨੀਆ ਵਿੱਚ ਲੋਕ ਸਹੀ ਰਸਤੇ 'ਤੇ ਚੱਲਣਾ ਚਾਹੁੰਦੇ ਨੇ, ਬਸ ਫਰਕ ਇਤਨਾ ਹੈ ਕਿ ਉਹਨਾਂ ਨੂੰ ਸਹੀ ਰਸਤੇ ਦੀ ਖਬਰ ਨਹੀਂ ਹੈ। ਲੋਕ ਗਲਤ ਰਸਤਿਆਂ ਉੱਤੇ ਚੱਲਣਾ ਨਹੀਂ ਚਾਹੁੰਦੇ, ਪਰ ਸਵਾਲ ਹੈ ਕਿ ਸਹੀ ਰਸਤਾ ਪਤਾ ਨਹੀਂ ਹੈ। ਗਲਤ ਰਸਤਾ ਕਿਸ ਨੂੰ ਪਸੰਦ ਆਉਂਦਾ ਹੈ, ਪਰ ਜ਼ਿੰਦਗੀ ਕੁਝ ਐਸੇ ਮੋੜ ਲੈ ਲੈਂਦੀ ਹੈ, ਬੰਦਾ ਨਾ ਚਾਹੁੰਦਿਆਂ ਹੋਇਆਂ ਵੀ ਉੱਧਰ ਨੂੰ ਚਲਾ ਜਾਂਦਾ ਹੈ। ਕਈ ਵਾਰ ਤੁਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਲੋਕ ਕ੍ਰਿਮੀਨਲ ਆਖਦੇ ਨੇ, ਜਦ ਮਿਲੋਗੇ ਉਹ ਇਹ ਗੱਲ ਆਖਦੇ ਨੇ ਕਿ ਕਾਸ਼ ਕਿਸੇ ਨੇ ਸਾਨੂੰ ਸਹੀ ਗਾਈਡਲਾਈਨਸ ਦਿੱਤੀ ਹੁੰਦੀ, ਕਿਸੇ ਨੇ ਸਾਨੂੰ ਸਹੀ ਤਰ੍ਹਾਂ ਰਸਤਾ ਦਿਖਾਇਆ ਹੁੰਦਾ, ਤਾਂ ਅੱਜ ਅਸੀਂ ਇਹਨਾਂ ਰਸਤਿਆਂ ਉੱਤੇ ਨਾ ਜਾਂਦੇ। ਬਹੁਤ ਸਾਰੇ ਬੇਰੁਜ਼ਗਾਰ ਲੋਕ ਜਦ ਬਹੁਤ ਦਿਨ ਬਾਅਦ ਕਿਸੇ ਮੁਕਾਮ 'ਤੇ ਪਹੁੰਚਦੇ ਨੇ, ਉਹ ਵੀ ਇਹੀ ਆਖਦੇ ਨੇ ਕਾਸ਼ ਕਿਸੇ ਨੇ ਇਹ ਰਸਤਾ ਪਹਿਲਾਂ ਦਿਖਾਇਆ ਹੁੰਦਾ। ਜ਼ਿੰਦਗੀ ਦੀ ਭਾਗ ਦੌੜ ਵਿੱਚ ਸਹੀ ਰਸਤੇ ਭੁੱਲ ਜਾਂਦੇ ਨੇ ਸਾਨੂੰ। ਸਹੀ ਰਸਤਿਆਂ ਨੂੰ ਚੁਣਨ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਗਲਤ ਰਸਤੇ ਚੁਣਨਾ ਆਸਾਨ ਵੀ ਹੈ ਤੇ ਮਿਲ ਵੀ ਜਾਂਦੇ ਨੇ। ਗਲਤ ਰਸਤਿਆਂ 'ਤੇ ਕੋਈ ਵੀ ਲੈ ਜਾ ਸਕਦਾ ਹੈ, ਪਰ ਸਹੀ ਰਸਤੇ 'ਤੇ ਲੈ ਜਾਣ ਵਾਲਾ ਕੋਈ ਮਿਲਦਾ ਹੈ, ਕਦੇ ਕਦੇ ਮਿਲਦਾ ਹੈ। ਐਸਾ ਕੋਈ ਜੋ ਜ਼ਿੰਦਗੀ ਨੂੰ ਗਲਤ ਰਸਤਿਆਂ ਤੋਂ ਉਠਾ ਕੇ ਸਹੀ ਰਸਤੇ ਵੱਲ ਲੈ ਆਏ, ਉਸੇ ਨੂੰ ਸਤਿਗੁਰੂ ਆਖਦੇ ਨੇ। ਪਰ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਮਿਲੈ ਵੱਡ ਭਾਗ ਸੰਜੋਗ। ਮਿਲਦਾ ਹੈ ਗੁਰੂ ਵੱਡੇ ਭਾਗਾਂ ਨਾਲ, ਸੋਹਣੇ ਸੰਜੋਗਾਂ ਦੇ ਨਾਲ। ਜਦ ਤੱਕ ਨਹੀਂ ਮਿਲਿਆ ਉਦੋਂ ਤੱਕ ਦੁੱਖ ਹੈ, ਦਰਿਦਰ ਹੈ, ਪਰੇਸ਼ਾਨੀਆਂ ਨੇ, ਘਬਰਾਹਟਾਂ ਨੇ। ਪਰ ਜਿਸ ਦਿਨ ਮਿਲ ਜਾਵੇਗਾ ਹਿਰਦੈ ਨਾਮ ਨਿਤ ਹਰ ਰਸ ਭੋਗ, ਉਸ ਦਿਨ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਇਹ ਜੋ ਦਿਲ ਦਾ ਖਾਲੀਪਨ ਹੈ, ਖਲਾ ਹੈ, ਅਲੋਨਲੈਸ ਹੈ, ਇਹ ਭਰ ਜਾਏਗੀ। ਇੱਕ ਐਸਾ ਸਾਡੇ ਦਿਲ ਅੰਦਰ ਸਥਾਨ ਹੈ ਜੋ ਕਦੇ ਨਹੀਂ ਭਰਦਾ, ਉਸ ਨੂੰ ਹਮੇਸ਼ਾ ਕੁਝ ਚਾਹੀਦਾ ਹੈ। ਸਾਡੀ ਸਾਰੀ ਕੋਸ਼ਿਸ਼ ਉਹ ਫਿਲ ਇਨ ਦਾ ਬਲੈਂਕਸ ਨੂੰ ਭਰਨ ਦੀ ਹੈ। ਉੱਥੇ ਭਰਨਾ ਹੈ, ਕੁਝ ਨਹੀਂ ਭਰ ਸਕਦੇ। ਸਭ ਕੁਝ ਭਰ ਕੇ ਦੇਖ ਲਿਆ, ਦਿਲ ਦਾ ਉਹ ਖਾਲੀ ਸਥਾਨ ਖਾਲੀ ਹੀ ਰਿਹਾ। ਇਹੀ ਤੇ ਚਾਹੁੰਦੇ ਹਾਂ, ਕਾਸ਼ ਭਰ ਜਾਏ, ਕਾਸ਼ ਭਰ ਜਾਏ। ਮੈਂ ਜਦ ਤੇ ਗੁਰਦੁਆਰੇ ਰਹੇ ਆ ਤੇ ਬਹੁਤ ਸਾਰੇ ਲੋਕ ਆਉਂਦੇ ਨੇ, ਸਭ ਕੁਝ ਹੈ ਉਹਨਾਂ ਕੋਲ। ਜਿਸ ਵੀ ਦੁਨੀਆਵੀ ਚੀਜ਼ ਨੂੰ ਲੋਕ ਚਾਹੁੰਦੇ ਨੇ ਉਹਨਾਂ ਕੋਲ ਮੌਜੂਦ ਹੈ। ਦੁਨੀਆ ਦਾ ਹਰ ਸੁੱਖ ਸੁਵਿਧਾ ਦਾ ਸਾਧਨ ਹੋਣ ਤੋਂ ਬਾਵਜੂਦ ਮੈਂ ਉਹਨਾਂ ਦੇ ਮੂੰਹ ਤੋਂ ਇਹ ਬੋਲ ਸੁਣੇ ਨੇ, ਸਭ ਕੁਝ ਹੈ ਪਰ ਮੈਂ ਖੁਸ਼ ਨਹੀਂ ਹਾਂ। I am not happy with that. I want something that I don't know. ਕੁਝ ਐਸਾ ਚਾਹੀਦਾ ਹੈ ਜਿਸ ਦਾ ਮੈਨੂੰ ਪਤਾ ਵੀ ਨਹੀਂ ਹੈ, ਪਰ ਚਾਹੀਦਾ ਤੇ ਕੁਝ ਹੈ। ਕੀ ਚਾਹੀਦਾ ਹੈ? ਸਭ ਕੁਝ। ਇੱਕ ਵੱਡੇ ਘਰ ਦੀ ਉਮੀਦ ਹੈ, ਇੱਕ ਸੋਹਣੇ ਜੀਵਨ ਸਾਥੀ ਦੀ ਲੋੜ ਹੈ, ਸੋਹਣੀ ਜੋਬ ਹੋਵੇ, ਸਭ ਕੁਝ ਮਿਲ ਗਿਆ। ਹੁਣ ਕੀ ਚਾਹੀਦਾ ਹੈ? ਪਰ ਫਿਰ ਵੀ ਖਾਲੀਪਨ ਹੈ। ਸਭ ਕਹਿੰਦੇ ਨੇ ਭਰ ਸਕਦੀ ਹੈ ਇਹ ਦਿਲ ਦੀ ਖਾਲੀ ਜਗ੍ਹਾ। ਕਿਵੇਂ? ਹਿਰਦੈ ਨਾਮ ਨਿਤ ਹਰ ਰਸ ਭੋਗ। ਦਿਲ ਦੀ ਉਸ ਖਾਲੀ ਜਗ੍ਹਾ ਨੂੰ ਪਰਮਾਤਮਾ ਦੇ ਨਾਮ ਨਾਲ ਭਰ ਲੈ। ਹੁਣ ਜੋ ਤੈਨੂੰ ਸਭ ਕੁਝ ਫਿੱਕਾ ਫਿੱਕਾ, ਗੈਰ ਜ਼ਰੂਰੀ, ਬੇਮਤਲਬ ਜਿਹਾ ਲੱਗਦਾ ਹੈ ਨਾ, ਉਸ ਵਿੱਚ ਤੈਨੂੰ ਸਵਾਦ ਆਵੇਗਾ, ਹਰ ਰਸ ਆਵੇਗਾ। ਭੋਗ, ਫਿਰ ਉਸ ਚੀਜ਼ ਨੂੰ ਤੁਸੀਂ ਭੋਗ ਸਕਦੇ ਹੋ। ਨਹੀਂ ਤੇ ਜਦ ਤੁਹਾਡਾ ਮਨ ਨਾ ਹੋਵੇ ਨਾ ਕਿਸੇ ਚੀਜ਼ ਦਾ,
ਤੁਸੀਂ ਫਿਜ਼ੀਕਲੀ ਫਿਟ ਨਾ ਹੋਵੋ, ਤੁਹਾਡੇ ਅੱਗੇ ਦੁਨੀਆ ਦੇ ਸਭ ਪਦਾਰਥ ਰੱਖ ਦਿੱਤੇ ਜਾਣ, ਤੁਹਾਡਾ ਕੁਝ ਖਾਣ ਨੂੰ ਜੀ ਨਹੀਂ ਕਰੇਗਾ ਜਦੋਂ ਦਿਲ ਨਾ ਕਰੇ। ਸਭ ਕੁਝ ਹੁੰਦਿਆਂ ਕਦੋਂ ਦਿਲ ਕਰਦਾ? ਜਦੋਂ ਖਾਣਾ ਹੋਵੇ ਉਦੋਂ ਹੋਵੇ ਨਾ, ਜਦੋਂ ਹੋਵੇ ਉਦੋਂ ਖਾਣ ਦਾ ਦਿਲ ਨਾ ਕਰੇ ਤੇ ਐਸੇ ਭੋਜਨ ਦਾ ਵੀ ਕੋਈ ਅਰਥ ਨਹੀਂ ਰਹਿੰਦਾ। ਸਭ ਕੁਝ ਕੋਲ ਹੈ ਪਰ ਲੱਗਦਾ ਹੈ ਕਿ ਮੇਰਾ ਹੈ ਨਹੀਂ, ਜਾਂ ਇੰਝ ਲੱਗਦਾ ਕਿ ਹੁਣ ਹੈ ਤੇ ਚਲਿਆ ਜਾਏਗਾ। ਐਸੇ ਉਸ ਵਿੱਚ ਅਸੀਂ ਉਸ ਦਾ ਆਨੰਦ ਨਹੀਂ ਲੈ ਪਾਉਂਦੇ। ਮੈਂ ਉਹ ਬਹੁਤੇ ਮਿਲਣ ਦੇ ਪਲ, ਉਹ ਲੋਕ ਜੋ ਨੇੜੇ ਹੋ ਕੇ ਬੈਠੇ ਨੇ, ਮੈਂ ਰੋਂਦੇ ਦੇਖੇ ਨੇ। ਮੈਂ ਕਿਹਾ ਵੀ ਰੋ ਕਿਉਂ ਰਹੇ ਹੋ? ਕਹਿੰਦੇ ਹੁਣ ਮਿਲਿਆ ਤੇ ਹੁਣ ਵਿਛੜ ਜਾਏਗਾ। ਉਹ ਮੈਂ ਕਿਹਾ ਜਦ ਵਿਛੜੇਗਾ ਉਦੋਂ ਵਿਛੜੇਗਾ, ਜਿਹੜੇ ਮਿਲਣ ਦੇ 2 ਪਲ ਮਿਲੇ ਨੇ ਇਹਨਾਂ ਨੂੰ ਤੁਸੀਂ ਮਹਿਸੂਸ ਕਰੋ। ਵਿਛੜਨ ਤੋਂ ਬਾਅਦ ਰੋ ਲੈਣਾ, ਇਹ ਤੇ ਖੁਸ਼ੀ ਦੇ ਪਲ ਨੇ ਨਾ। ਇਸ ਨੂੰ ਦੂਸਰੇ ਤਰ੍ਹਾਂ ਸਮਝੀਏ ਕਿ ਬੱਚੇ ਦੇ ਪੈਦਾ ਹੁੰਦੇ ਹੀ ਆਪਾਂ ਰੋਣ ਲੱਗ ਪਏ, ਕਿਉਂ? ਹਾਏ ਇੱਕ ਦਿਨ ਮਰ ਜਾਏਗਾ। ਉਹ ਬਾਅਦ ਦੀ ਗੱਲ ਹੈ। ਇਤਨੀ ਲੰਬੀ ਜ਼ਿੰਦਗੀ ਤੇਰੇ ਸਾਹਮਣੇ ਹੈ, ਇਸ ਨੂੰ ਕਬੂਲ ਕਰ। ਜੀਣਾ, ਮਰਨਾ, ਵਿਛੜਨਾ ਇਹ ਬਾਅਦ ਦੀਆਂ ਗੱਲਾਂ ਨੇ। ਜੋ ਕੋਲ ਹੈ ਉਸ ਨੂੰ ਤੇ ਮਹਿਸੂਸ ਕਰ। ਸਭ ਕਹਿੰਦੇ ਨੇ ਜਿਸ ਦਿਨ ਤੇਰੇ ਹਿਰਦੇ ਦੇ ਅੰਦਰ ਨਾਮ ਸਮਾ ਗਿਆ ਨਾ, ਹਿਰਦੈ ਨਾਮ ਨਿਤ ਹਰ ਰਸ ਭੋਗ, ਫਿਰ ਤੈਨੂੰ ਹਰ ਚੀਜ਼ ਵਿੱਚੋਂ ਸਵਾਦ ਆਏਗਾ, ਹਰ ਚੀਜ਼ ਵਿੱਚੋਂ ਰਸ ਆਏਗਾ। ਹੁਣ ਤੇ ਹਰ ਚੀਜ਼ ਦੁਖਦਾਈ ਲੱਗਦੀ ਹੈ, ਪਰੇਸ਼ਾਨੀ ਦਾ ਕਾਰਨ ਲੱਗਦੀ ਹੈ, ਪਰ ਉਸ ਵੇਲੇ ਜਦ ਤੁਸੀਂ ਹਰ ਚੀਜ਼ ਨੂੰ ਪਰਮਾਤਮਾ ਦੀ ਦਾਤ ਸਮਝੋਗੇ, ਉਸ ਹਰ ਚੀਜ਼ ਵਿੱਚੋਂ ਸਵਾਦ ਆਵੇਗਾ। ਪਾਤਸ਼ਾਹ ਕਹਿੰਦੇ ਨੇ ਇਹ ਕਿਵੇਂ ਮੁਮਕਿਨ ਹੋਵੇ ਕਿ ਜ਼ਿੰਦਗੀ ਚੋਂ ਉਦਾਸੀ ਦੂਰ ਕਰਕੇ ਇਹਨਾਂ ਦਾ ਰਸ ਮਾਣ ਸਕੀਏ। ਸਾਹਿਬ ਕਹਿੰਦੇ ਨੇ ਗੁਰਮੁਖ ਪ੍ਰਾਣੀ ਨਾਮ ਹਰਿ ਧਿਆਏ। ਗੁਰਮੁਖ ਬਣ ਕੇ ਹੇ ਪ੍ਰਾਣੀ ਹਰੀ ਦੇ ਨਾਮ ਨੂੰ ਧਿਆਓ, ਉਸ ਦੇ ਨਾਮ ਨੂੰ ਪੁਕਾਰੋ। ਜਦ ਤੁਸੀਂ ਉਸ ਦਾ ਨਾਮ ਪੁਕਾਰੋਗੇ, ਉਸ ਦਾ ਨਾਮ ਧਿਆਵੋਗੇ, ਉਸ ਤੋਂ ਬਾਅਦ ਸਾਹਿਬ ਕਹਿੰਦੇ ਨੇ ਜਨਮ ਜੀਤ ਲਾਹਾ ਨਾਮ ਪਾਏ। ਜ਼ਿੰਦਗੀ ਦੀ ਬਾਜ਼ੀ ਨੂੰ ਉਹ ਜਿੱਤ ਲੈਂਦੇ ਨੇ ਜਿਹਨੇ ਨਾਮ ਨੂੰ ਪਾ ਲੈਂਦੇ ਨੇ। ਦੁਨੀਆ ਦੀ ਬਾਜ਼ੀ ਉਹ ਜਿੱਤ ਲੈਂਦੇ ਨੇ ਜਿਹੜੇ ਕੁਝ ਖੱਟ ਲੈਂਦੇ ਨੇ, ਕੁਝ ਕਮਾ ਲੈਂਦੇ ਨੇ। ਜਿਨ੍ਹਾਂ ਦੀ ਜ਼ਿੰਦਗੀ ਸਹੀ ਡਾਇਰੈਕਸ਼ਨ ਵੱਲ ਨਹੀਂ ਜਾਂਦੀ, ਉਹ ਉਦਾਸ ਰਹਿੰਦੇ ਨੇ, ਨਿਰਾਸ਼ ਰਹਿੰਦੇ ਨੇ। ਇੱਕ ਵਾਰੀ ਉਹ ਸਹੀ ਟਰੈਕ ਤੇ ਆਉਣ ਦੀ ਜ਼ਰੂਰਤ ਹੈ, ਉਸ ਦਿਨ ਸਭ ਕੁਝ ਸਫਲ ਹੋ ਜਾਂਦਾ ਹੈ। ਪਰ ਜਨਮ ਜੀਤ ਲਾਹਾ ਨਾਮ ਪਾਏ, ਉਸ ਦੇ ਲਈ ਜ਼ਰੂਰੀ ਹੈ ਨਾਮ ਹਰਿ ਧਿਆਏ। ਮਿਲੇਗਾ ਤੇ ਕੁਝ ਤਾਂ ਹੀ ਨਾ ਜੇਕਰ ਤੁਸੀਂ ਕੁਝ ਕਮਾਓਗੇ, ਪਰ ਸਾਡਾ ਧਿਆਨ ਕਮਾਉਣ ਤੇ ਘੱਟ ਹੈ। ਸਾਡਾ ਧਿਆਨ ਉਸ ਨੂੰ ਖਰਚ ਕਰਨ ਤੇ ਜ਼ਿਆਦਾ ਹੈ। ਜਦ ਪੈਸੇ ਮਿਲਣਗੇ ਤੇ ਮੈਂ ਇਹ ਲਿਆਵਾਂਗਾ, ਜਦ ਮੈਨੂੰ ਪੈਸੇ ਮਿਲਣਗੇ ਉਦੋਂ ਮੈਂ ਉਹ ਲਿਆਵਾਂਗਾ। ਹਜੇ ਪੈਸੇ ਆਏ ਵੀ ਨਹੀਂ ਨੇ, ਉਸ ਨੂੰ ਖਰਚ ਕਰਨ ਦੀ ਪਲਾਨਿੰਗ ਹੋ ਰਹੀ ਹੈ। ਜਦ ਕਿ ਹੋਣਾ ਇਹ ਚਾਹੀਦਾ ਹੈ ਖਰਚ ਕਰਨ ਦੀ ਪਲਾਨਿੰਗ ਦੇ ਬਜਾਏ ਕਮਾਉਣ ਦੀ ਪਲਾਨਿੰਗ ਹੋਵੇ, ਤੇ ਉਸ ਨੂੰ ਪਲਾਨ ਨੂੰ ਬਾਕਾਇਦਾ ਐਗਜ਼ੀਕਿਊਟ ਕੀਤਾ ਜਾਵੇ, ਫੀਲਡ ਵਿੱਚ ਉਤਾਰਿਆ ਜਾਵੇ, ਤਾਂ ਤੇ ਪਤਾ ਲੱਗੇਗਾ ਨਾ। ਮੇਰਾ ਇੱਕ ਦੋਸਤ ਹੈ, ਕਹਿੰਦਾ ਮੈਂ ਬਹੁਤ ਸੋਹਣੇ ਪਲਾਨ ਬਣਾਉਣਾ, ਤੇ ਮੈਂ ਕਿਹਾ ਵੀ ਮੈਨੂੰ ਵੀ ਸੁਣਾ। ਫਿਰ ਉਹ ਕਹਿੰਦਾ ਮੈਂ ਨਾ ਇੱਕ ਐਪ ਬਣਾਉਣੀ ਚਾਹੁੰਦਾ, ਤੇ ਮੈਂ ਕਿਹਾ ਵੀ ਕਿਸ ਤਰ੍ਹਾਂ ਦੀ ਐਪ? ਕਹਿੰਦਾ ਮੈਂ ਇੱਕ ਹੈਲਪਿੰਗ ਐਪ ਬਣਾਉਣੀ ਚਾਹੁੰਦਾ, ਜਿਹਦੇ ਵਿੱਚ ਲੋਕਾਂ ਨੂੰ ਜਿੱਥੇ ਵੀ ਲੋੜ ਪਵੇ ਮੈਂ ਹੈਲਪ ਪਹੁੰਚਾ ਸਕਾਂ। ਤੇ ਮੈਂ ਕਿਹਾ ਇਹਦੇ ਲਈ ਐਂਬੂਲੈਂਸ ਹੈ, ਪੁਲਿਸ ਹੈ, ਹੋਰ ਸਭ ਕੁਝ ਹੈ। ਕਹਿੰਦਾ ਨਹੀਂ, ਮੈਂ ਲੋਕਾਂ ਕੋਲ ਹੈਲਪ ਦੇ ਪੈਸੇ ਲਿਆ ਕਰਾਂਗਾ। ਤੇ ਮੈਂ ਕਿਹਾ ਤੇਰਾ ਪਲਾਨ ਤੇ ਠੀਕ ਹੈ, ਪਰ ਇਸ ਨੂੰ ਕਦੇ ਲੈ ਕੇ ਤੇ ਆ, ਯੂਜ਼ ਤੇ ਕਰ। ਕੋਈ ਐਪ ਬਣਾਈ? ਕਹਿੰਦਾ ਨਹੀਂ। ਤੇ ਮੈਂ ਕਿਹਾ ਫਿਰ? ਕਹਿੰਦਾ ਨਹੀਂ, ਮੈਨੂੰ ਪਤਾ ਇਹ ਐਪ ਚੱਲ ਜਾਏਗੀ, ਬਹੁਤ ਸਾਰੇ ਪੈਸੇ ਆਉਣਗੇ, ਫਿਰ ਮੈਂ ਉਹ ਕਰਾਂਗਾ। ਮੈਂ ਕਿਹਾ ਇਹ ਖਿਆਲੀ ਪੁਲਾਓ ਸਾਈਡ ਕੀਤੇ ਜਾਣ, ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਦੇਖੋ ਜੋ ਵੀ ਤੁਹਾਡੇ ਮਾਈਂਡ ਵਿੱਚ ਹੈ, ਜਦ ਤੱਕ ਉਸ ਨੂੰ ਬਾਹਰ ਨਹੀਂ ਕੱਢੋਗੇ ਪਤਾ ਕਿਵੇਂ ਲੱਗੇਗਾ ਕਿ ਕੰਮ ਵੀ ਕਰਦਾ ਹੈ। ਬਹੁਤ ਸਾਰੇ ਲੋਕਾਂ ਕੋਲ ਪਲਾਨ ਬਹੁਤ ਸਾਰੇ ਨੇ ਜੀ, ਮੈਂ ਉਹ ਵੀ ਕਰ ਸਕਦਾ, ਮੈਂ ਉਹ ਵੀ ਕਰ ਸਕਦਾ, ਮੈਂ ਉਹ ਵੀ ਕਰ ਸਕਦਾ, ਜਦਕਿ ਹਜੇ ਤੱਕ ਕੀਤਾ ਕੁਛ ਵੀ ਨਹੀਂ ਹੈ। ਤੇ ਪੈਸਾ ਉਦੋਂ ਆਉਂਦਾ ਹੈ ਜਦ ਤੁਸੀਂ ਉਸ ਚੀਜ਼ ਨੂੰ ਕਮਾਉਂਦੇ ਹੋ।
नाम दी महिमा बहुत लोगों ने सुनी है, सबने सुनी है, ऐसा कोई नहीं है कि ना सुनी होवे। चाहते भी ने कि साडे नाल भी वैसा कुछ हो जाए। इत्थे जितने आंदे ने उम्मीदां विच आंदे ने भी अजामल एक बारी कह के पार हो गया सी। नामदेव जी नूं 72 वारी दर्शन होए सन, प्रहलाद दे लई ओह परमात्मा थम पाड़ के आ गया भी मैं पुकारां ते आ जाए। उम्मीद सारे नूं यही है। देखो पूरी होंदी ना होंदी वह वखरी गल है, पर उम्मीद सारे नूं ये कि साडे नाल ऐसा हो जाए। एवरीवन वांट्स मिरेकल, सबनों मिरेकल चाहिए ने, पर उस मिरेकल दे लई कुछ करना तो पवेगा ना। वो भगवान आंदा है, परमात्मा आंदा है, इहदे विच कोई शक नहीं। हर जुग जुग भगत पाया पैद रखदा आया राम राजे, पर किना दी गुरमुख प्राणी नाम हरते आए। जो कोई गुरमुख बन के नाम नूं तिहांदा है, परमात्मा सदैव उसदे बुलाए ते आंदा है। जन्म जीत लाहा नाम पाए। पर लोग की करते ने, नाम जपण दी भी प्लानिंग ही करते रहंदे ने, बड़ी प्लानिंग करते ने। मैं देखे ने उन लोग जी भाई साहब गुटका दे जाना सी सवेरे शाम पाठ करना, मैं कहा जी लै जाओ। फिर भाई साहब गुटके तो पाठ करने का टाइम नहीं मिलता, एक काम करो तुसी माला दे जाओ, मैं कहा जी लै जाओ। फिर जी माला हत्थ विच चुभदी रहिंदी है, जेब च फिर मैली हो जाती है, माला का फिर सत्कार नहीं होंदा, बेअदबी हो जाती है। तुसी एक काम करो छल्ला दे दो, मैं कहा जी लै जाओ। मैं छल्ला दे दिता क्योंकि मेरे को सब कुछ मौजूद है, मैं तो चाहना भी तुसी जपो। इंज होया नानक सर को नवा नवा भर्ती होया, रंगरूट आया, मेरे हवाले कर दिता, कहते इनू गुरमुखी पढ़ाओ, इनू जपजी साहिब का पाठ सिखाओ। मैं कहा ठीक है सिखा दिन्ने। मैं बुलाया, मैं कहा भी पाठ आंदा है? कहना हाँ जी हिंदी विच आंदा, पंजाबी नहीं आती। मैं हिंदी का गुटका ले आया, मैं कहा पढ़। कहना मैं हिंदी ना भुल गया, मैं इंग्लिश मीडियम पढ़िया होया, भी मैनू तो सिर्फ इंग्लिश आती है। ਹੁਣ नानक सर इत्थे तुहानूं अंग्रेजी का गुटका मिल जाएगा। उस वेले एंड्रॉयड फोन भी नहीं सन। मैं सारा गुरुद्वारा लभ्या, मैं अंग्रेजी वाला गुटका लिया, मैं कहा जी पढ़ो। हुण मैनूं ये भी नहीं आंदा। मैं गल सुण, तू मन क्यों नहीं लैंदा भी तैनूं नहीं आंदा? वो सी कि मैं मन जावां कि मेरे कोल गुटका नहीं है, तो वो मन जाए कि मैनूं पाठ आंदा है। पर नहीं, साडे वर्गे पिछे पै जाण ते पै जाण भी नहीं, तू दस भी तैनूं नहीं आंदा, मैं तैनूं सिखावां। लोग इस गल नूं मनण नूं तैयार नहीं कि उन्होंने नहीं आंदा। नहीं मैनू आंदा है, पर वो चीज़ नहीं जिसनों मैं कर सका। लोग गुटके तो पाठ नहीं करना चाहते, भी बेअदबी हो जाएगी, कित्थे रखांगे। माला नहीं जपनी चाहते, कित्थे रखांगे यार। जेब में फोन भी होंदा है, पर्स भी होंदा है, होर भी कुछ मिल जाता है, तो माला भी मैली हो जाती है। मैं छल्ला दे दिता, मैं कहा छल्ले नूं पकड़ के तुसीं नहाओ, कुछ भी करो, जो मर्जी करो, छल्ला मैला भी नहीं होंदा। हुण जी छल्ला चुभदा है, कपड़े काले कर दिंदा है, तो मैं कहा फिर की करिया जाए? कहना तुसीं ना फिर एक काम करो, साडे नाम दा पाठ करदे करो। दैट्स इट। लोग ये चाहते हैं। उहदे लई भी प्लानिंग तो बहुत है जी, इस तरह करेंगे तो हो जाएगा, उस तरह करेंगे तो हो जाएगा, पर करना नहीं चाहते। साहिब कहते हैं जन्म जीत लाहा नाम पाए। लाहा जन्म का तां मिलेगा जे नाम मिलेगा, तो नाम नूं ध्याना पवेगा। हुण साहिब अगली पंक्ति समझाउंदे ने, ज्ञान ध्यान गुर शब्द है मीठा। जिन्हां ने नाम नूं ध्याया है उन्हां नूं ज्ञान की प्राप्ति हुई। जिन्हां ने नाम नूं ध्याया उन्हां नूं ध्यान की प्राप्ति हुई, उन्हां नूं शब्द भी मिठा लगे। पर प्यारे इत्थे ना छोटी जी गल है, मैं अक्सर आखदा वो ना देखो जो लिखिया है, जो इन्हां दे विचकार नहीं लिखिया ना उसनूं पढ़ो। ज्ञान ध्यान गुर शब्द है मीठा, पर मीठा की लगदा है? आपां कहने आ मेहनत का फल मिठा हुंदा है, पर किवें मिठा लगेगा? जब तक तुसी उदों तक मेहनत करते रहो जब तक फल ना मिल जाए। बहुत लोग तुहानूं कहणगे जी शब्द मिठा नहीं लगता, ध्यान नहीं लगता, ज्ञान तो बड़ी दूर की कौड़ी है, सानूं तो मिलती नहीं। वैसे ही कुछ बच्चे आखते ने कि नहीं जी साडा तो मेहनत का फल मिलता ही नहीं, मैं मेहनत तो बहुत की पर मिलिया कुछ भी नहीं। जरा क अपनी लाइफ नूं रिवाइंड करना। जिस चीज़ नूं तुसीं कहंदे हो कि मैनूं मेहनत का फल नहीं मिलिया, मैं दावे नाल कहना जिहड़े कहंदे ने नहीं मेहनत का फल मिलिया, जदों रिवाइंड करनगे अपनी लाइफ के उस चैप्टर नूं पता लगेगा मेहनत कीती नहीं, छड्डी गई है। किसी ना किसी पॉइंट पर आके तुसीं स्किप कर गए होगे, नहीं मेरे तो नहीं होनी, मैं नहीं कर सकता। वो कर्म सी। हुण फल मिले किवें? जद फल मिलण वाला सी तुसीं छड्ड दिता है।
ਉਹ ਮੁਕਾਮ ਤੇ ਆਣਾ ਸੀ ਨਾ। ਫਲ ਨੂੰ ਪੱਕਣ ਵਾਸਤੇ ਇੱਕ ਸਮਾਂ ਚਾਹੀਦਾ, ਉਹ ਫਲ ਮਿਲਣ ਵਾਸਤੇ ਰਿਜ਼ਲਟ ਵੀ ਤੇ ਸਾਲ ਬਾਅਦ ਹੀ ਮਿਲਦਾ ਹੈ ਨਾ। ਤੁਸੀਂ ਕਦੇ ਵੀ ਜਿਸ ਨੂੰ ਆਖੋ ਕਿ ਮੈਨੂੰ ਮੇਰੀ ਮਿਹਨਤ ਦਾ ਮੁੱਲ ਨਹੀਂ ਮਿਲਿਆ, ਮੈਨੂੰ ਮਿਹਨਤ ਦਾ ਫਲ ਨਹੀਂ ਮਿਲਿਆ, ਸਮਝ ਲੈਣਾ ਇਹਨੇ ਮਿਹਨਤ ਛੱਡ ਦਿੱਤੀ ਹੈ ਵਿੱਚ। ਮਿਹਨਤ ਕਰੋ ਤੇ ਫਲ ਨਾ ਮਿਲੇ, ਐਸਾ ਹੋ ਨਹੀਂ ਸਕਦਾ। ਤੁਹਾਡੀ ਕਲਾਸ ਵਿੱਚ ਤੁਹਾਡੇ ਹੀ ਨਾਲ 2 ਲੋਕ ਹੋਰ ਵੀ ਸਨ, ਉਹ ਤੇ ਪਹੁੰਚ ਗਏ ਕਿਉਂਕਿ ਉਹਨਾਂ ਨੇ ਸਿੱਖਿਆ, ਉਹਨਾਂ ਨੇ ਉਸ ਵੇਲੇ ਤੱਕ ਮਿਹਨਤ ਕੀਤੀ ਜਦ ਤੱਕ ਕੁਛ ਮਿਲ ਨਾ ਜਾਏ। ਇੱਕ ਸਾਖੀ ਸ਼ਾਇਦ ਮੈਂ ਪਹਿਲਾਂ ਵੀ ਸੁਣਾਈ ਹੋਵੇ। ਇੱਕ ਫਕੀਰ ਨੱਚਦਾ ਸੀ ਤੇ ਮੀਂਹ ਪੈ ਜਾਂਦਾ ਸੀ। ਲੋਕਾਂ ਨੂੰ ਬੜਾ ਲੱਗਦਾ ਸੀ ਯਾਰ ਇਹ ਨੱਚਦਾ ਤੇ ਮੀਂਹ ਪੈ ਜਾਂਦਾ। ਦੂਸਰੇ ਨੇ ਉਹਨੂੰ ਨੱਚਦਿਆਂ ਦੇਖਿਆ, ਮੀਂਹ ਪੈਂਦਿਆਂ ਵੀ ਦੇਖਿਆ। ਐਸਾ ਨਹੀਂ ਕਿ ਸਿਰਫ ਗੱਲਾਂ ਸੀ, ਉਹ ਨੱਚਦਾ ਸੀ ਤੇ ਮੀਂਹ ਪੈਣ ਲੱਗ ਪੈਂਦਾ ਸੀ। ਦੂਸਰਾ ਵੀ ਨੱਚਿਆ, ਬੜੀ ਵਾਰੀ ਨੱਚਿਆ ਪਰ ਮੀਂਹ ਇੱਕ ਵਾਰੀ ਵੀ ਨਹੀਂ ਪਿਆ। ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਨੱਚਣ ਵਿੱਚ ਕੁਛ ਨਹੀਂ ਰੱਖਿਆ, ਪਰਮਾਤਮਾ ਨਹੀਂ ਸੁਣਦਾ, ਸ਼ਬਦਾਂ ਵਿੱਚ ਕੁਛ ਨਹੀਂ ਰੱਖਿਆ, ਗੀਤ ਗਾਉਣ ਵਿੱਚ ਕੁਛ ਨਹੀਂ ਰੱਖਿਆ, ਨਹੀਂ ਕੁਛ ਹੁੰਦਾ। ਉਹ ਫਕੀਰ ਮੌਜ ਆਈ, ਫਿਰ ਨੱਚਣ ਲੱਗ ਪਿਆ, ਫਿਰ ਮੀਂਹ ਪੈਣ ਲੱਗ ਪਿਆ। ਉਹ ਗਿਆ ਜਿਸ ਨੂੰ ਕੁਛ ਨਹੀਂ ਸੀ ਮਿਲਿਆ, ਜੋ ਕਹਿੰਦਾ ਸੀ ਕੁਛ ਨਹੀਂ ਮਿਲਦਾ। ਫਕੀਰ ਕੋਲ ਗਿਆ ਤੇ ਪੁੱਛਦਾ, ਮਹਾਰਾਜ ਤੁਸੀਂ ਨੱਚਦੇ ਹੋ, ਮੀਂਹ ਪੈਂਦਾ ਹੈ, ਮੈਂ ਦੇਖਦਾ, ਪਰ ਮੈਂ ਨੱਚਦਾ ਮੀਂਹ ਕਿਉਂ ਨਹੀਂ ਪੈਂਦਾ? ਕੀ ਕਾਰਨ ਹੈ? ਤੁਹਾਡੀ ਪਰਮਾਤਮਾ ਸੁਣਦਾ ਹੈ, ਮੇਰੀ ਕਿਉਂ ਨਹੀਂ ਸੁਣਦਾ? ਫਕੀਰ ਕਹਿੰਦਾ, ਮੈਂ ਇਹ ਸੋਚ ਕੇ ਨੱਚਦਾ ਕਿ ਮੇਰੇ ਨੱਚਣ ਨਾਲ ਮੀਂਹ ਪੈ ਹੀ ਜਾਏਗਾ, ਕੋਈ ਡਾਊਟ ਨਹੀਂ ਹੈ ਮਨ ਵਿੱਚ, ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਨਹੀਂ ਪਵੇਗਾ, ਕਲੀਅਰ ਗੱਲ ਹੈ। ਤੇ ਮੈਂ ਉਦੋਂ ਤੱਕ ਨੱਚਦਾ ਜਦ ਤੱਕ ਮੀਂਹ ਪੈ ਨਾ ਜਾਏ, ਮੈਂ ਵਿੱਚ ਇਹ ਨਹੀਂ ਛੱਡਦਾ। ਮੈਨੂੰ ਇਹ ਵੀ ਨਹੀਂ ਹੈ ਕਿ ਘੰਟੇ 'ਚ ਮੀਂਹ ਪੈ ਜਾਏ, ਮੈਨੂੰ ਇਹ ਵੀ ਨਹੀਂ ਹੈ 2 ਘੰਟੇ 'ਚ ਨਾ ਪੈ ਜਾਏ, ਭਾਵੇਂ ਮੇਰੀ ਸਾਰੀ ਜ਼ਿੰਦਗੀ ਲੱਗ ਜਾਏ, ਮੈਂ ਉਦੋਂ ਤੱਕ ਨੱਚਦਾ ਮੀਂਹ ਪੈਣ ਤੱਕ। ਇਹ ਭਰੋਸਾ ਹੈ ਪਿਆਰਿਓ। ਮਿਹਨਤ ਉਦੋਂ ਤੱਕ ਕਰਨੀ ਹੈ ਜਦ ਤੱਕ ਫਲ ਮਿਲ ਨਾ ਜਾਏ। ਤੁਸੀਂ ਕਿਸੇ ਵੀ ਏਰੀਏ ਨੂੰ ਚੂਜ਼ ਕਰ ਲਓ, ਕੋਈ ਵੀ ਫੀਲਡ ਤੁਸੀਂ ਲੈ ਲਓ, ਜੇਕਰ ਹਰ ਚੀਜ਼ ਨੂੰ ਤੁਸੀਂ ਵਿੱਚ ਹੀ ਛੱਡ ਦਿਓਗੇ ਤੇ ਕਿਸੇ ਮਿਹਨਤ ਦਾ ਫਲ ਮਿੱਠਾ ਹੋ ਨਹੀਂ ਸਕਦਾ। ਪਰ ਜੇਕਰ ਤੁਸੀਂ ਇੱਕ ਹੀ ਚੀਜ਼ ਨੂੰ ਕੰਟੀਨਿਊ ਕਰਦੇ ਰਹੇ, ਉਸ ਦੇ ਖਤਮ ਹੋਣ ਤੱਕ, ਫਲ ਮਿਲਣ ਤੱਕ, ਉਦੋਂ ਕਵਾਂਗੇ ਫਲ ਮਿੱਠਾ ਹੁੰਦਾ ਹੈ। ਗੁਰੂ ਦਾ ਸ਼ਬਦ ਮਿੱਠਾ ਲੱਗਦਾ ਹੈ, ਸ਼ਬਦ ਨਾਲ ਧਿਆਨ ਲੱਗਦਾ ਹੈ, ਪ੍ਰੇਮ ਲੱਗਦਾ ਹੈ, ਪਰ ਕਦੋਂ? ਉਸ ਨੂੰ ਜਪਿਆ ਜਾਏ ਜਦ ਤੱਕ ਉਹ ਮਿੱਠਾ ਲੱਗਣ ਨਾ ਪਵੇ। ਸਾਹਿਬ ਕਹਿੰਦੇ ਨੇ, ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਡੀਠਾ। ਮਿਹਨਤ ਵਾਲਾ ਫਲ ਹਰ ਕਿਸੇ ਨੂੰ ਮਿੱਠਾ ਨਹੀਂ ਲੱਗਦਾ ਤੇ ਹਰ ਕਿਸੇ ਦੇ ਨਸੀਬ ਵਿੱਚ ਵੀ ਨਹੀਂ ਹੁੰਦਾ। ਇਹ ਤੇ ਕਿਸੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹ ਸਵਾਦ ਲੈ ਲੈਂਦਾ। ਤੇ ਇਹ ਗੱਲ ਨੂੰ ਵੀ ਦੇਖ ਲੈ, ਫੇਲੀਅਰਸ ਦਿਨ ਪਰ ਦਿਨ, ਸਾਲ ਦਰ ਸਾਲ ਫੇਲ ਹੁੰਦੇ ਚਲੇ ਜਾਂਦੇ ਨੇ, ਤੇ ਮਿਹਨਤ ਕਰਨ ਵਾਲੇ ਦਿਨ ਪਰ ਦਿਨ ਕਾਮਯਾਬ ਹੁੰਦੇ ਚਲੇ ਜਾਂਦੇ ਨੇ, ਕਿਉਂਕਿ ਉਹਨਾਂ ਨੇ ਮਿਹਨਤ ਦਾ ਉਹ ਰਸ ਚੱਖਿਆ ਹੈ। ਉਹਨਾਂ ਨੂੰ ਮਿਹਨਤ ਵਿੱਚ ਸਵਾਦ ਆਇਆ ਹੈ ਕਿ ਮਿਹਨਤ ਕਰਾਂਗੇ ਤੇ ਸਾਨੂੰ ਕੁਝ ਮਿਲੇਗਾ ਜ਼ਰੂਰ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਇੱਕ ਵਾਰੀ ਸਵਾਦ ਚੱਖ ਲਿਆ ਨਾ ਪਿਆਰਿਓ, ਆਪਾਂ ਲੋਕ ਬੈਠੇ ਹਾਂ, ਆਪਾਂ ਨੂੰ ਜਪਣ ਦਾ ਟਾਈਮ ਨਹੀਂ ਹੈ, ਆਪਾਂ ਨੂੰ ਮਾਲਾ ਫੇਰਨ ਦਾ ਵੀ ਟਾਈਮ ਨਹੀਂ ਹੈ, ਆਪਾਂ ਵਾਸਤੇ ਨਿਤਨੇਮ ਕੋ ਟਾਈਮ ਨਹੀਂ ਹੈ, ਕੁਛ ਨਹੀਂ ਹੈ। ਪਰ ਪਿਆਰਿਓ, ਆਪਾਂ ਹਜੇ ਕਿਸੇ ਮੁਕਾਮ ਤੇ ਵੀ ਨਹੀਂ ਪਹੁੰਚੇ। ਮੈਂ ਉਹ ਬੰਦੇ ਦੇਖੇ ਨੇ ਜਿਨ੍ਹਾਂ ਦੀ ਵੱਡੀਆਂ ਵੱਡੀਆਂ ਮਿਲਾਂ ਚੱਲਦੀਆਂ ਨੇ, ਫੈਕਟਰੀਆਂ ਚੱਲਦੀਆਂ ਨੇ, ਇਤਨਾ ਬਿਜੀ ਸ਼ਡਿਊਲ ਹੈ, ਪਰ ਜਿਸ ਵੇਲੇ ਨਿਤਨੇਮ ਦਾ ਵੇਲਾ ਹੁੰਦਾ ਹੈ ਨਾ, ਸਭ ਬੰਦ ਕਰ ਦਿੰਦੇ ਨੇ। ਮੈਂ ਰਹਿਰਾਸ ਵੇਲੇ ਉਹਨਾਂ ਨੂੰ ਕਾਊਂਟਰ ਕਲੋਜ਼ ਕਰਦੇ ਦੇਖਿਆ, ਬਸ ਥੋੜ੍ਹੀ ਦੇਰ ਲਈ ਸੇਲ ਨਹੀਂ ਹੋਵੇਗੀ, ਹੁਣ ਮੇਰੇ ਇਹ ਨਿਤਨੇਮ ਦਾ ਸਮਾਂ ਹੈ, ਕੀਰਤਨ ਸਵੇਲੇ ਦਾ ਸਮਾਂ ਹੈ, ਪੜ੍ਹ ਦਿੱਤਾ, ਦੁਕਾਨ ਬੰਦ ਹੋ ਗਈ, ਇਸ ਤੋਂ ਬਾਅਦ ਕੁਛ ਨਹੀਂ ਹੋਵੇਗਾ। ਪਿਆਰੇ, ਔਖਾ ਹੈ, ਬਹੁਤ ਔਖਾ ਹੈ, ਪਰ ਜਿਨ੍ਹਾਂ ਨੂੰ ਕੁਛ ਮਿਲਿਆ ਹੋਵੇ ਉਹ ਕਿਵੇਂ ਛੱਡ ਦੇਣਾ? ਜਿਨ੍ਹਾਂ ਨੂੰ ਸਵਾਦ ਆਇਆ ਹੋਵੇ, ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਡੀਠਾ, ਕਿਸੇ ਵਿਰਲੇ ਨੂੰ ਇਹ ਸਵਾਦ ਆਉਂਦਾ। ਆਪਾਂ ਇਸ ਨੂੰ ਕੰਪੇਅਰ ਕਰਦੇ ਹਾਂ ਨਾ ਪ੍ਰੋਫਿਟ ਐਂਡ ਲਾਸ ਨਾਲ, ਕਿ ਮੈਂ ਜੇ ਇਤਨੇ ਦੇਰ ਲਈ ਛੱਡ ਦਿੱਤਾ ਮੇਰਾ ਇਹ ਲਾਸ ਹੋ ਜਾਏਗਾ, 15 ਮਿੰਟ 'ਚ ਯਾਰ ਮੈਂ ਕਿਤਨੇ ਪੈਸੇ ਕਮਾ ਲਵਾਂਗਾ, ਘੰਟੇ 'ਚ ਮੈਂ ਕਿਤਨਾ ਕਰ ਲਵਾਂਗਾ, ਸਵੇਰੇ ਉੱਠ ਕੇ ਮੈਂ ਨਿਤਨੇਮ ਨਾ ਕਰਨ ਦੀ ਬਜਾਏ ਜੇ ਮੈਂ ਕੰਮ ਕਰਨ ਜਾਵਾਂਗਾ ਇਤਨੇ ਪੈਸੇ ਮੈਨੂੰ ਮਿਲ ਜਾਣਗੇ। ਉਹ ਇਸ ਚੀਜ਼ ਨਾਲ ਕੰਪੇਅਰ ਨਹੀਂ ਕਰਦੇ। ਤੁਸੀਂ ਜਦ ਸ਼ਬਦ ਨੂੰ ਪੈਸੇ ਨਾਲ ਤੋਲਦੇ ਹੋ,
ਤੁਸੀਂ ਸ਼ਬਦ ਦੀ ਤੇ ਆਪਣੀ ਵੀ ਅਹਿਮੀਅਤ ਘੱਟ ਕਰਦੇ ਹੋ। ਉਹਨਾਂ ਲਈ ਉਸ ਵੇਲੇ ਪੈਸੇ ਦੀ ਕੋਈ ਅਹਿਮੀਅਤ ਨਹੀਂ ਹੈ ਜਿਸ ਵੇਲੇ ਉਹ ਨਿਤਨੇਮ ਕਰਦੇ ਨੇ ਪਿਆਰਿਓ। ਇਹੀ ਤੇ ਕਾਰਨ ਹੈ ਨਾ, ਦੋ ਦੁਕਾਨਾਂ ਬਰਾਬਰ ਖੁੱਲੀਆਂ ਹੋਈਆਂ ਨੇ। ਇੱਕ ਗੁਰੂ ਦੇ ਉੱਤੇ ਭਰੋਸਾ ਕਰਕੇ ਸਵੇਰੇ ਸ਼ਾਮ ਨਿਤਨੇਮ ਵੇਲੇ ਦੁਕਾਨ ਬੰਦ ਕਰਕੇ ਵਪਾਰ ਕਰਦਾ ਹੈ ਤਾਂ ਗੁਰੂ ਬਰਕਤਾਂ ਪਾਉਂਦਾ। ਦੂਸਰਾ 1 ਮਿੰਟ ਲਈ ਨਾ ਤੇ ਆਪ ਬੈਠਦਾ ਨਾ ਆਪਣੇ ਵਰਕਰਸ ਨੂੰ ਬੈਠਣ ਦਿੰਦਾ ਤਾਂ ਵੀ ਦੁਕਾਨ ਥੱਲੇ ਜਾਂਦੀ ਹੈ, ਕਿਉਂਕਿ ਉਸ ਉੱਤੇ ਭਰੋਸਾ ਨਹੀਂ ਹੈ। ਮੈਂ ਹਮੇਸ਼ਾ ਕਹਿਣਾ ਪਿਆਰਿਓ, ਜਿਨ੍ਹਾਂ ਦਾ ਵੀ ਕੋਈ ਵੀ ਕਾਰੋਬਾਰ ਹੈ, ਕੁਛ ਵੀ ਤੁਸੀਂ ਕਰਦੇ ਹੋ, ਬੇਸ਼ੱਕ ਤੁਸੀਂ ਜੌਬ ਕਰਦੇ ਹੋ, ਤੁਹਾਡਾ ਆਪਣਾ ਬਿਜ਼ਨਸ ਹੈ, ਸਵੇਰੇ ਬਿਜ਼ਨਸ ਬਿਨਾਂ ਨਿਤਨੇਮ ਤੋਂ ਸ਼ੁਰੂ ਨਾ ਕਰੋ। ਸਵੇਰੇ ਜੌਬ ਤੇ ਬਿਨਾਂ ਨਿਤਨੇਮ ਦੇ ਨਾ ਜਾਵੋ। ਸ਼ਾਮੀ ਜਦ ਰਹਿ ਰਾਸ ਦਾ ਸਮਾਂ ਹੋ ਜਾਏ ਨਾ, ਕੁਝ ਸਮੇਂ ਲਈ ਛੱਡ ਦਿਓ ਸਭ ਕੁਝ। ਉਹ ਥੋੜਾ ਜਿਹਾ 15 ਜਾਂ 20 ਮਿੰਟ ਲੱਗਦੇ ਨੇ, ਤੁਸੀਂ ਉਤਨਾ ਆਪਣੇ ਗੁਰੂ ਲਈ ਸਮਾਂ ਕੱਢੋ ਤੇ ਜਦ ਸੌਣ ਲੱਗੋ ਨਾ, ਕਿਸੇ ਮਰਜ਼ੀ ਹਾਲ ਵਿੱਚ ਹੋਵੋ, ਸੋਹਿਲਾ ਸਾਹਿਬ ਜ਼ਰੂਰ ਪੜ੍ਹਿਆ ਕਰੋ। ਇਤਨਾ ਸਮਾਂ ਤੁਸੀਂ ਕੱਢੋ, ਤੁਹਾਡੀ ਮਿਹਨਤਾਂ ਤੇ ਤੁਸੀਂ ਕਰਕੇ ਦੇਖ ਲਈਆਂ ਨੇ ਨਾ, ਕਿਤਨਾ ਕੁ ਰੰਗ ਲੱਗੇ। ਜ਼ਰਾ ਗੁਰੂ ਦੀ ਰਹਿਮਤ ਵੱਲ ਧਿਆਨ ਦੇ ਲਈਏ। ਫਿਰ ਤੁਸੀਂ ਜੇ ਕੰਪੈਰੀਜ਼ਨ ਕਰਨਾ ਹੀ ਹੈ ਤਾਂ ਕਰਕੇ ਦੇਖੋ ਨਾ। ਲੋਕ ਬਿਨਾਂ ਕਹੇ ਕਹਿ ਦਿੰਦੇ ਨੇ ਯਾਰ ਇੱਥੇ ਕੁਝ ਨਹੀਂ ਮਿਲਦਾ। ਜਿਹੜੇ ਕਹਿੰਦੇ ਨੇ ਨਾ ਯਕੀਨ ਜਾਣੋ, ਉਹਨਾਂ ਨੇ ਫਿਰ ਪੂਰੀ ਤਰ੍ਹਾਂ ਕੀਤਾ ਨਹੀਂ ਹੈ। ਤੇ ਜਿਨ੍ਹਾਂ ਨੂੰ ਸਵਾਦ ਆਇਆ ਉਹਨਾਂ ਨੇ ਕਹਿ ਕੇ ਦੇਖੋ ਭਰਾ ਤੂੰ ਨਿਤਨੇਮ ਛੱਡ ਦੇ। ਉਹ ਕਹਿੰਦੇ ਜ਼ਿੰਦਗੀ ਜਾਵੇ ਤੇ ਜਾਵੇ, ਇਹ ਸਿਦਕ ਨਾ ਜਾਵੇ। ਮੇਰਾ ਗੁਰੂ ਦੇ ਪ੍ਰਤੀ ਸਿਦਕ ਹੈ। ਪਾਤਸ਼ਾਹ ਕਹਿੰਦੇ ਨੇ ਦੂਸਰੀ ਗੱਲ, ਇੱਕ ਤੇ ਉਹ ਲੋਕ ਜਿਨ੍ਹਾਂ ਨੇ ਕੀਤਾ ਹੈ, ਇਹ ਪੰਕਤੀ ਉਹਨਾਂ ਲਈ ਹੈ ਪਿਆਰਿਓ ਜਿਨ੍ਹਾਂ ਨੇ ਕੁਝ ਕੀਤਾ ਹੈ। ਦੂਸਰੀ ਤਰ੍ਹਾਂ ਦੇ ਲੋਕ, ਕਰਮ ਕਾਂਡ ਬਹੁ ਕਰਹਿ ਆਚਾਰ। ਕਰਮ ਕਾਂਡ ਬਹੁਤ ਨੇ ਪਿਆਰਿਓ। ਹੁਣ ਕਰਮ ਕਾਂਡ ਕੀ ਨੇ? ਦਿਖਾਵਾ ਕਰਨਾ, ਅਸਲ ਗੱਲ ਤੋਂ ਦੂਰ ਰਹਿਣਾ। ਮੈਂ ਆਪਣੇ ਸਕੂਲ ਵਿੱਚ ਸੀ, ਮੈਂ ਦੇਖਦਾ ਸੀ ਹੋਏ ਸਾਡੇ ਕਲਾਸ ਦੀ ਕੰਨਿਆਵਾਂ ਦੀ ਕਿਤਾਬਾਂ, ਕਾਪੀਆਂ ਹੋਏ ਕਿਆ ਉਹਨਾਂ ਦੀ ਡਿਜ਼ਾਈਨਿੰਗ ਹੋਇਆ ਕਰਦੀ ਸੀ। ਉਹਨਾਂ ਦੇ ਉੱਤੇ ਰੰਗੀਲੇ ਪੇਪਰ ਚੜ੍ਹੇ ਹੁੰਦੇ ਸੀਗੇ, ਬੜੇ ਸਟਾਈਲਿਸ਼ ਜੇ ਵਰਡਸ ਵਿੱਚ ਉਹਨਾਂ ਦੇ ਨਾਮ ਲਿਖੇ ਹੁੰਦੇ ਸੀਗੇ। ਬੜੀ ਮਿਹਨਤ ਨਾਲ ਚਿੱਤਰਕਾਰੀ ਉਹਨਾਂ ਨੇ ਕੀਤੀ ਹੁੰਦੀ ਸੀ। ਅੰਦਰਲੇ ਪੇਜ ਤੇ ਇੱਕ ਸੋਹਣੇ ਤਰੀਕੇ ਨਾਲ ਆਪਣਾ ਨਾਮ, ਰੋਲ ਨੰਬਰ, ਸਬਜੈਕਟ, ਆਪਣੇ ਸਕੂਲ ਦਾ ਨਾਮ, ਕਲਾਸ ਟੀਚਰ ਦਾ ਨਾਮ, ਸਭ ਦਾ ਨਾਮ ਲਿਖਿਆ ਹੁੰਦਾ ਸੀਗਾ। ਇੱਕ ਵੱਖਰੀ ਉਹਨਾਂ ਨੇ ਡਾਇਰੀ ਬਣਾਈ ਹੁੰਦੀ ਸੀ ਉਹਨਾਂ ਦੀ ਰਾਈਟਿੰਗ ਦੇ ਉੱਤੇ। ਕੁਰਬਾਨ ਜਾਈਏ, ਇਤਨੀ ਸੋਹਣੀ ਰਾਈਟਿੰਗ, ਸਭ ਕੁਝ ਕਰਦੇ ਸਨ। ਪਰ ਟੀਚਰ ਟੈਸਟ ਲੈ ਲਵੇ ਤਾਂ ਯਾਦ ਕੱਖ ਵੀ ਨਹੀਂ। ਸਭ ਕੁਝ ਹੋ ਰਿਹਾ ਹੈ, ਪਰ ਜਦ ਜਿਹੜਾ ਕੰਮ ਜ਼ਰੂਰੀ, ਸਕੂਲ ਵਿੱਚ ਕੀ ਕਰਨ ਦਿੰਦੇ ਹੋ ਤੁਸੀਂ? ਰਾਈਟਿੰਗ ਸਕਿੱਲਸ ਬੈਟਰ ਕਰਨ ਨਹੀਂ ਜਾਂਦੇ ਤੁਸੀਂ, ਉੱਥੇ ਚਿੱਤਰਕਾਰੀ ਕਰਨ ਨਹੀਂ ਜਾਂਦੇ ਤੁਸੀਂ। ਕੋਈ ਮਲਟੀਮੀਡੀਆ ਕੋਰਸ ਕਰ ਰਹੇ ਹੋ ਵੱਖਰੀ ਗੱਲ ਹੈ, ਪਰ ਤੁਸੀਂ ਇਹ ਕਿਤਾਬਾਂ 'ਤੇ ਚਿੱਤਰਕਾਰੀ ਬਣਾ ਕੁਛ ਨਹੀਂ ਕਰ ਸਕਦੇ। ਐਗਜ਼ਾਮ ਵਿੱਚ ਤੁਸੀਂ ਬੜੇ ਸੋਹਣੇ ਅੱਖਰਾਂ ਵਿੱਚ ਆਪਣਾ ਨਾਮ ਲਿਖ ਦਿਓ, ਪਤਾ ਵੀ ਲਿਖ ਦਿਓ, ਰੋਲ ਨੰਬਰ ਵੀ ਲਿਖ ਦਿਓ, ਕਿ ਟੀਚਰ ਨੰਬਰ ਦੇਗਾ ਜਾਂ ਕਾਪੀ ਖਾਲੀ ਪਈ ਹੈ? ਤੇ ਡਜ਼ਨਟ ਮੈਟਰ, ਇਹ ਕੁਛ ਵੀ ਮੈਟਰ ਨਹੀਂ ਕਰਦਾ। ਮੈਨੂੰ ਆਪਣੇ ਟਾਈਮ ਵਿੱਚ ਚੇਤੇ ਹੈ, ਓਨਲੀ ਵਨ ਥਿੰਗ ਮੈਟਰ ਟੂ ਮੀ, ਦੈਟ ਇਜ਼ ਸਟੱਡੀ। ਸਿਰਫ ਯਾਦ ਕੀਤਾ ਜਾਏ। ਮੈਂ ਆਪਣੀ ਕਾਪੀ ਕਿਤਾਬਾਂ ਦੀ ਕਦੇ ਰਿਸਪੈਕਟ ਨਹੀਂ ਕੀਤੀ। ਮੇਰੀ ਕਾਪੀਆਂ ਅੱਜ ਵੀ ਮੰਮੀ ਨੇ ਸੰਭਾਲ ਕੇ ਰੱਖੀਆਂ, ਉਹਨਾਂ 'ਤੇ ਮੇਰਾ ਨਾਮ ਵੀ ਨਹੀਂ ਲਿਖਿਆ ਹੋਇਆ, ਨਾ ਕਿਤਾਬਾਂ 'ਤੇ ਨਾਮ ਲਿਖਿਆ। ਉਹ ਫੋਲਡ ਉਹਨਾਂ ਨੂੰ ਕਰਨਾ, ਕਵਰ ਚੜਾਉਣੇ, ਸਜਾਉਣਾ, ਉਹ ਤਾਂ ਬੜੀ ਦੂਰ ਦੀ ਗੱਲ ਹੈ। ਮੇਰੀਆਂ ਕਿਤਾਬਾਂ 'ਤੇ ਨਾਮ ਵੀ ਨਹੀਂ ਹੈਗਾ। ਮੈਨੂੰ ਫੁਰਸਤ ਨਹੀਂ ਸੀ ਮਿਲਦੀ। ਮੇਰੇ ਕੋਲ ਕਿਤਾਬ ਆਈ, ਪਹਿਲੀ ਫੁਰਸਤ ਵਿੱਚ ਪੂਰੀ ਦੀ ਪੂਰੀ ਬੈਠ ਕੇ ਇੱਕ ਚੌਂਕੜੇ ਵਿੱਚ ਉਸਨੂੰ ਪੜ੍ਹ ਲਿਆ ਪੂਰੀ ਤਰ੍ਹਾਂ। ਮੈਨੂੰ ਹੁੰਦਾ ਸੀ ਕਿ ਕੰਮ ਹੈ, 30 ਪੇਜ ਦੀ ਕਿਤਾਬ ਹੈ, ਕਿਤਨਾ ਕੁ ਪੇਜ ਨੇ? ਤੁਹਾਡੇ ਸਿਲੇਬਸ ਦੀ ਕੋਈ ਵੀ ਕਿਤਾਬ 9ਵੀਂ 10ਵੀਂ ਤੱਕ 50 ਪੇਜਾਂ ਤੋਂ ਜ਼ਿਆਦਾ ਨਹੀਂ ਸੀ ਹੁੰਦੀ, ਅਤੇ ਮੈਂ 50 ਪੇਜ ਅੱਧੇ ਪੌਣੇ ਘੰਟੇ 'ਚ ਪੜ੍ਹ ਕੇ ਉਸਨੂੰ ਯਾਦ ਕਰਕੇ ਬੈਠ ਜਾਂਦਾ ਸੀ। ਉਸ ਤੋਂ ਬਾਅਦ ਨਹੀਂ, ਸਿਰਫ ਸਟੱਡੀ ਮੈਟਰ ਕਰਦੀ ਹੈ ਪਿਆਰਿਓ, ਹੋਰ ਕੁਛ ਨਹੀਂ। ਕਿਉਂਕਿ ਐਗਜ਼ਾਮ ਵਿੱਚ ਤੁਸੀਂ ਉਹੀ ਤੇ ਲਿਖੋਗੇ ਤੁਸੀਂ ਪੜ੍ਹਿਆ ਕੀ ਹੈ, ਤੁਸੀਂ ਯਾਦ ਕੀ ਕੀਤਾ ਹੈ, ਉਹ ਤੇ ਤੁਸੀਂ ਕੰਮ ਕਰਨਾ ਨਹੀਂ। ਦੂਸਰੇ ਅਡੰਬਰ ਕਰਵਾ ਲਓ ਉਹਨਾਂ ਤੋਂ। ਪੈਨਸਿਲ ਕਿਤਨੀ ਸੋਹਣੀ ਹੈ, ਕਾਗਜ਼ ਕਿਤਨਾ ਸੋਹਣਾ ਹੈ। ਕਿਸੇ ਦਾਦੇ ਨੇ ਪੁੱਛਿਆ ਆਪਣੇ ਪੋਤੇ ਨੂੰ, ਪੁੱਤ ਪੇਪਰਾਂ ਦੀ ਤਿਆਰੀ ਕਿਵੇਂ ਦੀ ਹੈ? ਕਹਿੰਦਾ ਦਾਦਾ ਜੀ ਬੜੇ ਕਮਾਲ ਦੀ ਚੱਲਦੀ ਪਈ ਆ। ਕਹਿੰਦਾ ਕੀ ਹੋ ਗਿਆ? ਕਹਿੰਦੇ ਜੀ ਪੈਨ ਵੀ ਤਿਆਰ ਹੈ, ਪੈਨਸਿਲ ਵੀ ਤਿਆਰ ਹੈ, ਐਗਜ਼ਾਮ ਵਾਲਾ ਪੈਡ ਵੀ ਤਿਆਰ ਹੈ, ਬੈਗ ਵੀ ਤਿਆਰ ਹੈ। ਕਹਿੰਦਾ ਹੋਰ? ਕਹਿੰਦਾ ਪੜ੍ਹਾਈ? ਕਹਿੰਦਾ ਉਹ ਬਾਕੀ ਹੈ, ਪੜ੍ਹਾਈ ਹਜੇ ਬਾਕੀ ਹੈ, ਬਾਕੀ ਸਭ ਕੁਝ ਹੋ ਗਿਆ। ਇਸੇ ਨੂੰ ਕਰਮ ਕਾਂਡ ਕਹਿੰਦੇ ਨੇ ਪਿਆਰੋ। ਦਿਖਾਵਾ ਬਹੁਤ ਹੈ, ਪਰ ਅਸਲ ਗੱਲ ਤੋਂ ਦੂਰ ਨੇ। ਵੀ ਗੁਟਕਾ ਵੀ ਘਰੇ ਸੋਹਣਾ ਜਿਹਾ ਲਿਆਂਦਾ, ਮਾਲਾ ਵੀ ਨਾ ਉਹ ਚੰਦਨ ਦੀ ਲੱਕੜਾਂ ਦੀ ਬਣਾਈ ਹੈ, ਰੁਦਰਾਕਸ਼ ਦੀ ਬਣਵਾਈ ਹੈ। ਘਰੇ ਆਸਣ ਵੀ ਬਿਲਕੁਲ ਸੋਹਣਾ ਜਿਹਾ ਬਣਾਇਆ, ਏਸੀ ਵਾਲਾ ਹਾਲ ਬਣਾਇਆ ਹੋਇਆ, ਕੱਪੜੇ ਵੀ ਬਹੁਤ ਸੋਹਣੇ ਬਣਾਏ ਨੇ, ਗਲੇ 'ਚ
ਪਾਣਾ ਵੀ ਸਰੋਪਾ ਬੜੇ ਕਮਾਲ ਦਾ, ਪੱਗ ਵੀ ਬਹੁਤ ਸੋਹਣੀ ਬੰਨਣੀ ਹੈ ਵੀ ਇੱਕ ਦਿਨ ਬੈਠਿਆ ਜਾਵੇਗਾ। ਹਜੇ ਬਹਿਣਾ ਨਹੀਂ, ਇੱਕ ਦਿਨ ਬੈਠਿਆ ਜਾਵੇਗਾ। ਸੋਹਣੀ ਮਾਲਾ ਬੇਸ਼ੱਕ ਸੋਨੇ ਦੀ ਹੋਵੇ, ਕੋਈ ਫਰਕ ਨਹੀਂ ਪੈਂਦਾ। ਅਡੰਬਰ ਬਹੁਤ ਨੇ। ਇੱਥੇ ਆ ਕੇ ਮੈਂ ਦੇਖਦਾ ਬੜੇ ਅਡੰਬਰ ਨੇ। ਇੱਥੇ ਉਂਝ ਚੱਕਰ ਕੱਟਦੇ ਰਹਿਣਗੇ, ਉੱਥੇ ਖੜੇ ਰਹਿਣਗੇ। ਨਾਮ ਕੀ ਵੇਲਾ ਪੈ ਪੈ ਸੋਇਆ। ਇਹ ਸਭ ਕਰਮ ਕਾਂਡ ਨੇ ਪਿਆਰਿਓ, ਦਿਖਾਵੇ ਦੇ ਤੌਰ ਤੇ ਨੇ। ਸਾਹਿਬ ਕਹਿੰਦੇ ਇਹਨਾਂ ਨਾਲ ਕੁਛ ਨਹੀਂ ਮਿਲਣ ਲੱਗਿਆ। ਕਰਮ ਕਾਂਡ ਬਹੁ ਕਰੇ ਆਚਾਰ ਦਿਖਾਵਾ ਤੇ ਇਤਨਾ ਲੋਕ ਸਮਝਦੇ ਨੇ ਤਾਂ ਵੱਡਾ ਸੰਤ ਹੀ ਕੋਈ ਨਹੀਂ ਹੈ। ਪਰ ਬਾਦਸ਼ਾਹ ਕਹਿੰਦੇ ਨੇ ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ। ਜੇ ਨਾਮ ਨਹੀਂ ਨਾ ਜਪਿਆ ਪਿਆਰਿਆ, ਫਿਰ ਤ੍ਰਿਗ ਤ੍ਰਿਗ ਫਟਕਾਰਾਂ ਪੈਣਗੀਆਂ, ਲਾਨਤਾਂ ਪੈਣਗੀਆਂ। ਤੁਸੀਂ ਸਕੂਲ ਜਾਓ ਸੱਜ ਕੇ, ਵਧੀਆ ਕੱਪੜੇ ਪਾ ਕੇ ਜਾਓ, ਕਾਪੀਆਂ ਕਿਤਾਬਾਂ ਸਭ ਸਜਾ ਕੇ ਲੈ ਕੇ ਜਾਓ, ਤੇ ਫੇਲ ਹੋ ਕੇ ਆ ਜਾਓ ਪਿਆਰਿਓ। ਕੀ ਕਰਨਗੇ ਤੁਹਾਡੇ ਮਾਪੇ? ਉਹ ਸਰੋਪੇ ਤੇ ਨਹੀਂ ਨਾ ਪਾਉਣਗੇ ਵੀ ਕਿਆ ਸੋਚਾ ਤਾ, ਬਾਪੂ ਬੜਾ ਖੁਸ਼ ਹੋਏਗਾ। ਕੁਛ ਨਹੀਂ ਪਿਆਰਿਓ। ਜੇਕਰ ਜਪ ਕੇ ਜਾਓਗੇ ਤਾਂ ਇੱਜ਼ਤ ਮਿਲੇਗੀ, ਪਾਸ ਹੋ ਕੇ ਜਾਓਗੇ ਤਾਂ ਸਤਿਕਾਰ ਮਿਲੇਗਾ। ਇਹਨਾਂ ਕਰਮ ਕਾਂਡਾਂ ਦੀ ਲੋੜ ਨਹੀਂ ਪਿਆਰਿਓ। ਸਿਰਫ ਜਪ ਲਿਆ ਕਰੋ, ਨਿਤਨੇਮ ਕਰ ਲਿਆ ਕਰੋ। ਬਹੁਤੇ ਅਡੰਬਰਾਂ ਦੀ ਇੱਥੇ ਵੈਸੇ ਵੀ ਕੋਈ ਲੋੜ ਨਹੀਂ। ਸਾਹਿਬ ਕਹਿੰਦੇ ਨੇ ਬੰਧਨ ਬਾਂਧਿਓ ਮਾਇਆ ਫਾਸ। ਪਰ ਐਸੇ ਬੰਧਨ ਨੇ ਸਾਡੇ, ਮਾਇਆ ਦਿਖਾਵਾ ਉਹ ਜ਼ਰੂਰ ਚਾਹੀਦਾ। ਕੁਝ ਹੋਵੇ ਨਾ ਹੋਵੇ, ਸ਼ੋਅ ਜਿਹੜਾ ਨਾ ਅੱਜ ਕੱਲ੍ਹ ਦਾ ਜਿਹੜਾ ਟ੍ਰੈਂਡ ਬਣ ਗਿਆ, ਉਹ ਬਹੁਤ ਜ਼ਰੂਰੀ ਹੈ। ਹੋਵੇ ਨਾ ਹੋਵੇ, ਸਭ ਕੁਝ ਹੋਵੇ, ਪਰ ਦਿਖਾਵਾ ਤੇ ਅਸੀਂ ਜ਼ਰੂਰ ਕਰਨਾ। ਪਰ ਦਿਖਾਵਾ ਤੁਹਾਨੂੰ ਕੁਛ ਦਿਲਵਾ ਨਹੀਂ ਸਕਦਾ ਪਿਆਰ। ਕੁਛ ਵੀ ਕੋਲ ਨਾ ਹੋਵੇ, ਤੁਸੀਂ ਸ਼ੋਰੂਮ ਵਿੱਚ ਚਲੇ ਜਾਓ, ਕਿਤੇ ਮਾਲ ਵਿੱਚ ਚਲੇ ਜਾਓ, ਸੋਹਣੇ ਕੱਪੜੇ ਪਾ ਕੇ ਚਲੇ ਜਾਓ, ਕੀ ਉਹ ਮੈਟਰ ਕਰਦਾ? ਨਹੀਂ। ਜੇਬ ਵਿੱਚ ਪੈਸੇ ਹੋਣੇ ਜ਼ਰੂਰੀ ਨੇ। ਪੈਸੇ ਲੈ ਕੇ ਜਾਓ, ਤੁਹਾਨੂੰ ਇੱਜ਼ਤ ਮਿਲੇਗਾ, ਮਾਨ ਮਿਲੇ, ਸਤਿਕਾਰ ਸਭ ਕੁਝ ਮਿਲੇਗਾ। ਜੇਬ ਵਿੱਚ ਪੈਸੇ ਨਹੀਂ ਤੇ ਉਹਨਾਂ ਸੋਹਣੇ ਕੱਪੜਿਆਂ ਦਾ ਕੋਈ ਫਾਇਦਾ ਨਹੀਂ। ਬੰਧਨ ਬਾਂਧਿਓ ਮਾਇਆ ਫਾਸ। ਇਹ ਬੰਧਨ ਨੇ ਮਾਇਆ ਵਾਲੇ, ਕੁਛ ਹੈ ਨਹੀਂ ਕੋਲ, ਦਿਖਾਵਾ ਬਹੁਤ ਜ਼ਿਆਦਾ ਹੈ। ਸਾਹਿਬ ਕਹਿੰਦੇ ਨੇ ਜਨ ਨਾਨਕ ਛੂਟੈ ਗੁਰ ਪ੍ਰਕਾਸ਼। ਗੁਰੂ ਦੀ ਕਿਰਪਾ ਸਦਕਾ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਕੀ ਜ਼ਰੂਰੀ ਹੈ, ਕੀ ਗੈਰ ਜ਼ਰੂਰੀ ਹੈ, ਕਿਸ ਨੂੰ ਮੈਂ ਸੰਭਾਲ ਕੇ ਰੱਖਣਾ ਹੈ, ਕਿਸ ਨੂੰ ਮੈਂ ਠੋਕਰ ਮਾਰ ਦੇਣੀ ਹੈ, ਕਿਸ ਚੀਜ਼ ਨੂੰ ਛੱਡਣਾ ਹੈ, ਕਿਸ ਚੀਜ਼ ਨੂੰ ਪਕੜਨਾ ਹੈ, ਕਿਸ ਨੇ ਨਾਲ ਨਿਭਣਾ ਹੈ, ਕਿਸ ਨੇ ਸਾਥ ਛੱਡ ਜਾਣਾ ਹੈ। ਬਸ ਪ੍ਰਕਾਸ਼ ਜੋ ਹੈ ਗਿਆਨ ਦਾ ਇਹੀ ਕਰਦਾ ਹੈ, ਤੁਹਾਨੂੰ ਸਭ ਕੁਝ ਸਹੀ ਸਹੀ ਦਿਖਾ ਦਿੰਦਾ ਹੈ। ਸੋ ਮੇਰੀ ਇੱਕ ਛੋਟੀ ਜਿਹੀ ਬੇਨਤੀ ਹੈ। ਕੁਛ ਦਿਨ ਬਾਅਦ ਗੁਰੂ ਨਾਨਕ ਦੇ ਪੁਰਬ ਵੇਲੇ ਅਸੀਂ ਗੁਰਮਤਿ ਕਲਾਸਿਸ ਸ਼ੁਰੂ ਕਰਨ ਜਾ ਰਹੇ ਹਾਂ। ਉਸ ਵਿੱਚ ਨਾਲ ਇੰਗਲਿਸ਼ ਕੋਚਿੰਗ ਵੀ ਹੋਇਆ ਕਰੇਗੀ, ਫਿਰ ਕੰਪਿਊਟਰ ਕਲਾਸਿਸ ਤੇ ਚੱਲ ਹੀ ਰਹੀਆਂ ਨੇ। ਪਰ ਗੁਰਮਤਿ ਦੇ ਸੰਬੰਧ ਵਿੱਚ ਮੇਰਾ ਕੁਝ ਕਹਿਣਾ ਹੈ ਕਿ ਤੁਹਾਨੂੰ ਜੇਕਰ ਕਿਸੇ ਚੀਜ਼ ਦੀ ਸਮਝ ਨਹੀਂ ਲੱਗਦੀ, ਪਾਠ ਕਰਦੇ ਹੋਇਆ ਕੋਈ ਸ਼ਬਦ ਤੁਹਾਨੂੰ ਸਮਝ ਨਹੀਂ ਲੱਗਦਾ, ਘਰੇ ਟੀਵੀ ਤੇ ਗੁਰਬਾਣੀ ਸੁਣਦਿਆਂ, ਕੀਰਤਨ ਸੁਣਦਿਆਂ ਕੋਈ ਸ਼ਬਦ ਸਮਝ ਨਹੀਂ ਲੱਗਦਾ, ਕਿਸੇ ਤੋਂ ਕੋਈ ਸਾਖੀ ਸੁਣੀ ਹੈ, ਤੁਹਾਨੂੰ ਉਹ ਸਾਖੀ ਸਮਝ ਨਹੀਂ ਲੱਗਦੀ, ਕੋਈ ਗੁਰਪੁਰਬ ਬਾਰੇ ਤੁਸੀਂ ਸੁਣਿਆ ਹੈ ਪਰ ਤੁਹਾਨੂੰ ਉਸ ਦੇ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਹੈ, ਗੁਰ ਇਤਿਹਾਸ ਬਾਰੇ ਕੋਈ ਤੁਹਾਡੇ ਕੋਲ ਗਲਤ ਇਨਫੋਰਮੇਸ਼ਨ ਹੈ ਕਿ ਇਸ ਤਰ੍ਹਾਂ ਕਿਵੇਂ ਹੋਇਆ ਹੋਵੇਗਾ, ਕੋਈ ਖਾਸ ਸ਼ਬਦ ਹੈ ਜੋ ਤੁਸੀਂ ਕਿਤੇ ਸੁਣਿਆ ਹੈ ਪਰ ਤੁਹਾਨੂੰ ਉਸ ਦੇ ਅਰਥ ਨਹੀਂ ਪਤਾ ਨੇ। ਬੇਸ਼ੱਕ ਇਹ ਸਹਿਜ ਪਾਠ ਦੀ ਲੜੀਵਾਰ ਵਿਚਾਰ ਹੈ, ਪਰ ਜੇਕਰ ਕਿਸੇ ਨੂੰ ਕੋਈ ਸ਼ਬਦ ਨਹੀਂ ਸਮਝ ਲੱਗਦਾ, ਬਹੁਤ ਸਾਰੇ ਐਸੇ ਸ਼ਬਦ ਨੇ ਜੋ ਤੁਹਾਨੂੰ ਨਹੀਂ ਸਮਝ ਲੱਗਦੇ ਹੋਣਗੇ, ਤੇ ਗੁਰਮਤਿ ਦੇ ਮੁਤਾਬਿਕ ਵੀ ਤੁਹਾਨੂੰ ਜਿਹੜਾ ਕੁਝ ਨਹੀਂ ਪਤਾ, ਤੇ ਜਾਂ ਤੁਸੀਂ ਕਿਸੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਕੁਝ ਐਸੀ ਚੀਜ਼ ਪੜ੍ਹੀ ਹੈ ਜੋ ਤੁਹਾਨੂੰ ਗਲਤ ਲੱਗੀ ਪਰ ਤੁਸੀਂ ਉਸ ਦਾ ਜਵਾਬ ਨਹੀਂ ਦੇ ਪਾਏ, ਗੁਰੂਆਂ ਬਾਰੇ ਹੋਵੇ, ਤੁਹਾਡੇ ਧਰਮ ਬਾਰੇ ਹੋਵੇ, ਕਿਸੇ ਅਡੰਬਰ ਬਾਰੇ ਹੋਵੇ, ਜਾਂ ਰਹਿਤ ਮਰਿਆਦਾ ਬਾਰੇ ਹੋਵੇ, ਤੁਹਾਨੂੰ ਕੁਝ ਵੀ ਜੇਕਰ ਪੁੱਛਣਾ ਹੈ ਤੇ ਇੱਕ ਦਿਨ ਪਹਿਲਾਂ ਤੁਸੀਂ ਦਾਸ ਨੂੰ ਦੱਸ ਦੇਵੋ, ਫਿਰ ਅਗਲੇ ਦਿਨ ਉਸ ਚੀਜ਼ ਦੀ ਕਥਾ ਹੋਵੇਗੀ। ਕਿਉਂਕਿ ਇਹ ਲੜੀਵਾਰ ਵਿਚਾਰ ਹੈ ਤੁਹਾਡੇ ਅੰਦਰ ਕਿਉਰਿਓਸਿਟੀ ਪੈਦਾ ਕਰਨ ਵਾਸਤੇ, ਜਾਗਰੂਕਤਾ ਪੈਦਾ ਕਰਨ ਵਾਸਤੇ, ਤਾਂ ਕਿ ਤੁਸੀਂ ਗੁਰਮਤਿ ਵੱਲ ਆ ਜਾਓ। ਪਰ ਤੁਹਾਡੇ ਵਿੱਚ ਕਿਸੇ ਦੇ ਵਿੱਚ ਵੀ ਕੋਈ ਐਸਾ ਮਨ ਵਿੱਚ ਖਿਆਲ ਹੈ ਜੋ ਤੁਸੀਂ ਜਾਣਨਾ ਚਾਹੁੰਦੇ ਹੋ, ਪਰ ਸੋਚਦੇ ਹੋ ਪਤਾ ਨਹੀਂ ਕੌਣ ਦੱਸੇਗਾ, ਕੌਣ ਨਹੀਂ ਦੱਸੇਗਾ। ਦਾਸ ਨੂੰ ਤੁਸੀਂ ਦੱਸ ਸਕਦੇ ਹੋ, ਜੈਸੀ ਵੀ ਬੁੱਧੀ ਮਾਲਕ ਨੇ ਦਿੱਤੀ ਹੈ ਉਸ ਅਨੁਸਾਰ ਅਸੀਂ ਅਗਲੇ ਦਿਨ ਦੀ ਕਥਾ ਉਸ ਟੌਪਿਕ ਤੇ ਕਰਾਂਗੇ, ਤਾਂ ਕਿ ਪਤਾ ਲੱਗ ਜਾਏ। ਕਿਉਂਕਿ ਬਹੁਤ ਕੁਝ ਹੈ ਪਿਆਰਿਓ ਜੋ ਸਾਨੂੰ ਨਹੀਂ ਪਤਾ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਸਵਾਲ ਤੇ ਕਰ ਲਏ ਪਰ ਉਹਨਾਂ ਨੂੰ ਗੱਲ ਦਾ ਜਵਾਬ ਨਹੀਂ ਆਇਆ ਤੇ ਚੁੱਪ ਹੋ ਜਾਂਦੇ ਨੇ।
ਉਹ ਸੋਚਦੇ ਨੇ ਜੇਕਰ ਇਸ ਗੱਲ ਦਾ ਮੈਨੂੰ ਪਤਾ ਹੁੰਦਾ ਤੇ ਮੈਂ ਜਵਾਬ ਦੇ ਸਕਦਾ। ਤੁਹਾਨੂੰ ਕਦੇ ਵੀ ਕਿਸੇ ਨੇ ਕੁਝ ਵੀ ਪੁੱਛਿਆ ਹੋਵੇ, ਸੋਸ਼ਲ ਮੀਡੀਆ ਤੇ ਕੋਈ ਕਮੈਂਟ ਆਏ ਹੋਣ ਤੁਹਾਡੇ ਧਰਮ ਦੇ ਬਾਰੇ ਚੰਗੇ ਮੰਦੇ, ਤੁਸੀਂ ਉਹ ਦੱਸ ਸਕਦੇ ਹੋ ਤਾਂ ਕਿ ਉਹਨਾਂ ਦਾ ਚੰਗੀ ਤਰ੍ਹਾਂ ਐਕਸਪਲੇਨੇਸ਼ਨ ਕੀਤਾ ਜਾ ਸਕੇ। ਤੁਸੀਂ ਇੱਕ ਦਿਨ ਪਹਿਲਾਂ ਮੈਨੂੰ ਦੱਸ ਦਿਓ, ਅਗਲੇ ਦਿਨ ਮੈਂ ਉਸ ਦੀ ਅਨਾਉਂਸਮੈਂਟ ਕਰਾਂਗਾ ਕਿ ਸ਼ਾਮ ਨੂੰ ਇਸ ਚੀਜ਼ ਦੀ ਕਥਾ ਹੋਵੇਗੀ। ਸੋ ਆਪ ਸਾਰਿਆਂ ਦੇ ਮਨ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੇ ਸਵਾਲ ਹੋਵਨ ਗੁਰਮਤਿ ਤੋਂ ਰਿਲੇਟਡ, ਧਰਮ ਤੋਂ ਰਿਲੇਟਡ, ਤਾਂ ਦਾਸ ਨੂੰ ਦੱਸਣ ਦੀ ਕਿਰਪਾਲਤਾ ਕਰਨ ਤਾਂ ਕਿ ਅਗਲੇ ਦਿਨ ਉਸ ਨੂੰ ਸਮਝਾਇਆ ਜਾ ਸਕੇ। ਸੋ